हरा इनकलाब टैक्नोलॉजी तो लैके आया, पर वो टैक्नोलॉजी सिर्फ किसान लिए लैके आया। किसान लिए टैक्नोलॉजी लियांदी, किसान लिए इंफ्रास्ट्रक्चर लियांदा, ते बाकी जो कुछ पिंड करदा सी वो सारा कुछ चुक के मंडी नूं देता, शहर नूं देता कि पिंड वाले काम तुसीं करो, ते पिंड नूं तां बिल्कुल अलग करके एलीनेट करके रख। ते जिहड़ा रिश्ता पिंड दा ते खेत दा सी, वो खेत दा ते शहर दा जां खेत ते मंडी दा बनाता, ते पिंड सारे सीन चों बाहर कढ़ता। पिंड पूरे दा पूरा जिवें पहलां समुचे तौर ते इंपलॉयड सी, वो समुचे तौर ते अनएंपलॉयड। हरे इनकलाब तो पहलां जो कुछ भी खेत जांदा सी वो पिंड चों जांदा सी। उहनूं सारे नूं दुबारा जे असीं लै आउंदे आ पिंड च, तां पंजाब दीयां सारियां प्रॉब्लम्स, किसान दीयां सारियां प्रॉब्लम्स, पिंड दीयां सारियां प्रॉब्लम्स सॉल्व हो जांदियां ने। खेती दे नाल जुड़ियां होईयां जिहड़ियां प्रोडक्ट्स ने जां सर्विसिज ने, पंजाब तो बड़ा कोई ब्रांड नहीं हो सकता। और सिर्फ एक डिसीजन मेकिंग दी, एक पोलीटिकल इच्छा शक्ति की घाट आ, जिहड़ी कि मैं समझदा इस करके नहीं सी लई जा रही हुण तक, क्योंकि ये गल ये ना करन दे विच बहुत लोगों का भला सी। करप्ट प्रैक्टिसिस दे विच जुड़े हुए सी, जिहड़े लोग पिंड दी कॉस्ट दे उत्ते मंडी नूं कॉरपोरेट नूं फायदा देना चाहुंदे सी। तो पॉलिसी इस करके नहीं बन रही कि जिहड़ी ब्यूरोक्रेसी आ, जिहड़ी अफसरशाही आ, वो भी बहुत वड्डी रुकावट आ, वो छेती कीते इस पासे नूं तुरन नहीं देगी सरकार नूं, और सरकार नूं बहुत बोल्ड स्टैप लेने पैणे ने। जे सरकार इस पासे तुर पवे तां पंजाब दिनां दे विच उसे तरह नाल खुशहाल हो सकदा जो किसी वेले ग्रीन रैवोल्यूशन आ गया। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਬਹੁਤ ਲੋਕ ਇਹ ਸਵਾਲ ਕਰਦੇ ਆ ਕਿ ਬਾਈ ਯਾਰ ਕਿਸਾਨੀ ਦਾ ਕੀ ਬਣੂਗਾ, ਕਿਸਾਨ ਦਾ ਕੀ ਬਣੂਗਾ। ਤਾਂ ਪ੍ਰੋਫੈਸਰ ਅਮਰਜੀਤ ਸਿੰਘ ਗਰੇਵਾਲ ਕਹਿੰਦੇ ਆ ਕਿ ਕਿਸਾਨ ਦਾ ਉਹੀ ਬਣੂਗਾ ਜਿਹੜਾ ਪਿੰਡ ਦਾ ਬਣੂਗਾ। ਪਿੰਡ ਤੇ ਕਿਸਾਨ ਦਾ ਰਿਸ਼ਤਾ ਇੰਨਾ ਗੂੜਾ ਕੀ ਹੈ, ਕਿਉਂ ਆ, ਤੇ ਇਹਨਾਂ ਦੇ ਵਿੱਚ ਕਿਹਨੂੰ ਬਦਲ ਕੇ ਅਸੀਂ ਦੋਨਾਂ ਨੂੰ ਬਚਾ ਸਕਦੇ ਹਾਂ, ਤੇ ਦੋਨਾਂ ਦਾ ਬਚਣਾ ਸਾਡੇ ਲਈ ਕਿਉਂ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਰਣਜੀਤ ਜੀ। ਹਾਂ ਦਸੋ ਦਸੋ। ਜਿਹੜਾ ਆਪਾਂ ਟੌਪਿਕ ਪਹਿਲਾਂ ਤਾਂ ਇਹਨੂੰ ਆਪਾਂ ਸਟੈਬਲਿਸ਼ ਹੀ ਕਰ ਦਈਏ ਵੀ ਪਿੰਡ ਤੇ ਕਿਸਾਨ ਇਹ ਦੋਨੇ ਕੀ ਰਿਸ਼ਤਾ ਕੀ ਹੈ, ਤੇ ਇਕੱਠੇ ਕਿਵੇਂ ਬਚਣਗੇ ਤੇ ਇਕੱਠੇ ਕਿਵੇਂ ਉੱਜੜਨਗੇ। ਹਾਂ, ਤੁਸੀਂ ਹਰੇ ਇਨਕਲਾਬ ਤੋਂ ਪਹਿਲਾਂ ਦਾ ਸੀਨ ਯਾਦ ਕਰੋ। ਹਰੇ ਇਨਕਲਾਬ ਤੋਂ ਪਹਿਲਾਂ ਜੋ ਕੁਛ ਵੀ ਖੇਤ ਜਾਂਦਾ ਸੀ ਉਹ ਪਿੰਡ ਚੋਂ ਜਾਂਦਾ ਸੀ। ਸਹੀ, ਠੀਕ ਹੈ। ਚਾਹੇ ਉਹ ਸੰਦ ਨੇ, ਔਰ ਉਹਨਾਂ ਨੂੰ ਪਿੰਡ ਦੇ ਮਿਸਤਰੀ ਵੀ ਤਿਆਰ ਕਰਦੇ ਸੀ, ਉਹਨਾਂ ਦੀ ਸਾਂਭ ਸੰਭਾਲ ਕਰਦੇ ਸੀ। ਅਤੇ ਚਾਹੇ ਉਹ ਰੂੜੀ ਹੈ, ਚਾਹੇ ਉਹ ਪਸ਼ੂ ਨੇ, ਬੈਲ ਨੇ, ਜੋ ਕੁਛ ਵੀ ਜਾਂਦਾ ਸੀ, ਅਤੇ ਚਾਹੇ ਉਹ ਉੱਥੇ ਲੇਬਰ ਸੀ, ਚਾਹੇ ਉਹ ਜੇ ਤੁਸੀਂ ਨਰਮਾ ਉਗਾਇਆ ਤਾਂ ਕਪਾਹ ਚੁਗਣ ਵਾਲੀਆਂ ਨੇ, ਸਾਰਾ ਕੁਛ ਜੋ ਕੁਛ ਵੀ ਸੀ ਉਹ ਪਿੰਡ 'ਚੋਂ ਉੱਥੇ ਜਾਂਦਾ ਸੀ। ਐਨਰਜੀ ਵੀ, ਇਨਪੁਟਸ ਵੀ, ਲੇਬਰ ਵੀ, ਸਭ ਕੁਛ ਉੱਥੋਂ ਜਾਂਦਾ ਸੀ। ਅਤੇ ਦੂਸਰੇ ਪਾਸੇ ਖੇਤ ਜੋ ਕੁਛ ਪੈਦਾ ਕਰਦੇ ਸੀ ਉਹ ਸਾਰਾ ਕੁਛ ਪਿੰਡ 'ਚ ਆਉਂਦਾ ਸੀ। ਪਿੰਡ ਉਹਦੀ ਪ੍ਰੋਸੈਸਿੰਗ ਕਰਦਾ ਸੀ। ਤੁਸੀਂ ਆਪਣੇ ਧਿਆਨ ਮਾਰੋ ਕਪਾਹ ਵੱਲ, ਕਪਾਹ ਚੁੱਗ ਰਹੀਆਂ ਨੇ, ਉਹਦੇ ਤੋਂ ਬਾਅਦ 'ਚ ਉਹਦੇ 'ਚੋਂ ਬੜੇਵੇਂ ਕੱਢੇ ਜਾ ਰਹੇ ਆ, ਉਹਨੂੰ ਪਿੰਜਿਆ ਜਾ ਰਿਹਾ, ਉਹਨੂੰ ਕੱਤਿਆ ਜਾ ਰਿਹਾ। ਸਾਰਾ ਪਿੰਡ ਕਿੰਨੀਆਂ ਕਿਸਮ ਦੀਆਂ ਜਾਤ ਬਰਾਦਰੀਆਂ, ਕਿੰਨੇ ਲੋਕ ਉਹਦੇ ਨਾਲ ਜੁੜੇ ਹੋਏ ਸੀ ਜਿਹੜੇ ਉਹਦੀ ਪ੍ਰੋਸੈਸਿੰਗ ਕਰਦੇ ਸੀ। ਅਖੀਰ 'ਤੇ ਫਿਰ ਜਿਹੜੇ ਜੁਲਾਹੇ ਨੇ ਉਹਨਾਂ ਨੂੰ ਬੁਣਦੇ ਸੀ, ਅਤੇ ਉਹਦੇ 'ਤੇ ਕਢਾਈਆਂ ਵੀ ਹੁੰਦੀਆਂ ਸੀ, ਬਹੁਤ ਕੁਛ ਹੁੰਦਾ ਸੀ। ਸਾਰਾ ਪਿੰਡ ਇਨਵੋਲਵ ਹੁੰਦਾ ਸੀ। ਮੈਂ ਰਲਾ ਮਿਲਾ ਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਖੇਤੀ ਸਿਰਫ ਕਿਸਾਨ ਦਾ ਕੰਮ ਨਹੀਂ ਸੀ, ਕਿ ਖੇਤੀ ਸਮੁੱਚੇ ਪਿੰਡ ਦਾ ਕੰਮ ਸੀ। ਉਹਦੇ ਵਿੱਚ ਹਰ ਜਾਤ ਬਰਾਦਰੀ ਪੂਰੀ ਤਰ੍ਹਾਂ ਜੁੜੀ ਹੋਈ ਸੀ, ਔਰ ਖੇਤੀ ਦੇ ਨਾਲ ਜੁੜੇ ਹੋਣ ਕਰਕੇ ਪਿੰਡ ਦੇ ਵਿੱਚ ਜਿਹੜੀ ਇੰਪਲੋਇਮੈਂਟ ਆ ਉਹ 100% ਸੀ। ਬਿਲਕੁਲ ਸਹੀ। ਪਰ ਹਰੇ ਇਨਕਲਾਬ ਨੇ ਕੀ ਕੀਤਾ? ਹਰਾ ਇਨਕਲਾਬ ਨੇ ਇੱਕ ਟੈਕਨੋਲੋਜੀ ਤਾਂ ਲੈ ਕੇ ਆਇਆ, ਪਰ ਉਹ ਟੈਕਨੋਲੋਜੀ ਸਿਰਫ ਕਿਸਾਨ ਲਈ ਲੈ ਕੇ ਆਇਆ। ਇਹ ਵੀ ਆਪਾਂ ਦੇਖਾਂਗੇ ਕਿ ਕਿਸਾਨ ਲਈ ਹੀ ਕਿਉਂ ਲੈ ਕੇ ਆਇਆ। ਕਿਸਾਨ ਲਈ ਟੈਕਨੋਲੋਜੀ ਲਿਆਂਦੀ, ਕਿਸਾਨ ਲਈ ਇਨਫਰਾਸਟਰਕਚਰ ਲਿਆਂਦਾ, ਅਤੇ ਬਾਕੀ ਜੋ ਕੁਛ ਪਿੰਡ ਕਰਦਾ ਸੀ ਉਹ ਸਾਰਾ ਕੁਛ ਚੁੱਕ ਕੇ ਮੰਡੀ ਨੂੰ ਦੇ ਦਿੱਤਾ, ਸ਼ਹਿਰ ਨੂੰ ਦੇ ਦਿੱਤਾ,
ਕਿ ਪਿੰਡ ਵਾਲੇ ਕੰਮ ਤੁਸੀਂ ਕਰੋ, ਅਤੇ ਪਿੰਡ ਨੂੰ ਤਾਂ ਬਿਲਕੁਲ ਅਲੱਗ ਕਰਕੇ ਐਲੀਨੇਟ ਕਰਕੇ ਰੱਖ ਦਿੱਤਾ। ਅਤੇ ਜਿਹੜਾ ਰਿਸ਼ਤਾ ਪਿੰਡ ਦਾ ਅਤੇ ਖੇਤ ਦਾ ਸੀ, ਉਹ ਖੇਤ ਦਾ ਅਤੇ ਸ਼ਹਿਰ ਦਾ ਜਾਂ ਖੇਤ ਅਤੇ ਮੰਡੀ ਦਾ ਬਣਾ ਦਿੱਤਾ, ਅਤੇ ਪਿੰਡ ਸਾਰੇ ਸੀਨ 'ਚੋਂ ਬਾਹਰ ਕੱਢਤਾ। ਪਿੰਡ ਪੂਰੇ ਦਾ ਪੂਰਾ ਜਿਵੇਂ ਪਹਿਲਾਂ ਸਮੁੱਚੇ ਤੌਰ 'ਤੇ ਇੰਪਲਾਇਡ ਸੀ, ਉਹ ਸਮੁੱਚੇ ਤੌਰ 'ਤੇ ਹੀ ਅਨਇੰਪਲਾਇਡ ਹੋ ਗਿਆ। ਜਿਵੇਂ ਤੁਸੀਂ ਇਹ ਗੱਲ ਕਹੀ ਆ ਵੀ ਅਸੀਂ ਤਾਂ ਹਰੀ ਕ੍ਰਾਂਤੀ ਤੋਂ ਬਹੁਤ ਮਤਲਬ ਨਵੀਂ ਜੀ ਪੀੜ੍ਹੀ ਆ ਅਸੀਂ ਤਾਂ। ਹੁਣ ਅਸੀਂ ਇਹ 'ਚ ਐਂ ਦੇਖਿਆ ਵੀ ਜਿੱਥੇ ਜਦੋਂ ਨਰਮਾ ਹੁੰਦਾ ਸੀ, ਕਿਉਂਕਿ ਮੈਂ ਨਰਮਾ ਬੈਲਟ ਵਾਲਾ ਬੰਦਾ ਹੈ ਨਾ, ਹਾਂ ਨਰਮੇ ਦੀ, ਹਾਂ। ਅਤੇ ਨਰਮੇ 'ਚ ਕੀ ਹੁੰਦਾ ਸੀ, ਮੈਨੂੰ ਐਂ ਲੱਗਦਾ ਵੀ ਜਦੋਂ ਨਰਮਾ ਲਾਉਂਦੇ ਹੁੰਦੇ ਸੀ ਉਦੋਂ ਸਾਰਾ ਪਿੰਡ ਆ ਜਿਹੜਾ ਜਿਵੇਂ ਉਹਨੂੰ ਰੁਜ਼ਗਾਰ ਮਿਲਦਾ ਸੀ। ਉਹ ਕਿਉਂਕਿ ਤੁਸੀਂ ਤਾਂ ਬਹੁਤ ਗਾਂਹ ਡੀਪ ਚਲੇ ਗਏ, ਮੈਂ ਤਾਂ ਇੰਨਾ ਕੁ ਦੇਖਿਆ ਸੀ ਵੀ ਚੋਣੀਆਂ ਆਉਂਦੀਆਂ ਹੈ ਨਾ, ਮੰਮੀ ਵਰਗੀਆਂ ਵੀ ਨਾਲ ਹੈ ਨਾ, ਉਹ ਝੋਲੀਆਂ ਜਿਹੀਆਂ ਬੰਨ੍ਹ ਕੇ ਹੈ ਨਾ, ਪਿੱਛੇ ਚਾਦਰਾਂ ਜਿਹੀਆਂ, ਅਤੇ ਉਹ ਵੀ ਨਾਲ ਚੁਗਦੀਆਂ ਉੱਥੇ, ਅਤੇ ਫਿਰ ਉਹਨਾਂ ਨੂੰ ਲੈ ਕੇ ਆਉਣਾ, ਤੋਲ ਕਰਨਾ, ਫਿਰ ਪੈਸਾ ਕਿਵੇਂ ਡਿਸਟਰੀਬਿਊਟ ਹੁੰਦਾ ਸੀ। ਮਤਲਬ ਜਿਹੜੀ ਸਾਡੀ ਰਵਾਇਤੀ ਚੀਜ਼ ਸੀ ਉਹ ਤਾਂ ਕਮਾਲ ਦੀ ਸੀ। ਫਿਰ ਇਸ ਹਿਸਾਬ ਨਾਲ ਹੁਣ ਤੁਸੀਂ ਕਹੋਗੇ ਕਿ ਉਹ ਤਾਂ ਫਿਰ ਇਹਨਾਂ ਕੋਲ ਮਾਰਕੀਟ ਕੋਲ ਜਾਂ ਇੰਡਸਟਰੀ ਕੋਲ ਨਵੀਂ ਟੈਕਨੋਲੋਜੀ ਆ ਗਈ। ਮੇਰਾ ਕੁਐਸਚਨ ਇਹ ਆ ਕਿ ਜਦੋਂ ਜਦੋਂ ਐਗਰੀਕਲਚਰ ਦੇ ਨਾਲ ਜੁੜੀ ਹੋਈ ਟੈਕਨੋਲੋਜੀ ਕਿਸਾਨਾਂ ਨੂੰ ਦਿੱਤੀ ਗਈ ਆ, ਉਦੋਂ ਹੀ ਜਿਹੜੀ ਪ੍ਰੋਸੈਸਿੰਗ ਦੇ ਨਾਲ ਜੁੜੀ ਹੋਈ ਇੰਡਸਟਰੀ ਆ, ਜਿਹਨੂੰ ਅਸੀਂ ਕਹਿੰਦੇ ਹਾਂ ਵੈਲਿਊ ਐਡੀਸ਼ਨ ਦੇ ਨਾਲ ਜੁੜੀ ਹੋਈ ਇੰਡਸਟਰੀ ਆ, ਜਾਂ ਮਸ਼ੀਨਰੀ ਦੇ ਨਾਲ ਜੁੜੀ ਹੋਈ ਇੰਡਸਟਰੀ ਆ, ਉਹ ਪਿੰਡ ਨੂੰ ਵੀ ਦਿੱਤੀ ਜਾ ਸਕਦੀ ਸੀ, ਜਿਹੜੀ ਕਿ ਨਹੀਂ ਦਿੱਤੀ ਗਈ। ਪਿੰਡ ਨੇ, ਤੁਸੀਂ ਇੱਕ ਗੱਲ ਦੇਖੋ, ਪਿੰਡ ਦੇ ਵਿੱਚ ਪਿੰਡ ਉਸ ਇੰਡਸਟਰੀ ਨਾਲ ਇੰਨਾ ਜੁੜਿਆ ਹੋਇਆ ਸੀ ਕਿ ਜੇ ਤੁਸੀਂ ਆਪਣੇ ਇਲਾਕੇ 'ਚ ਹੀ ਦੇਖੋ ਤਾਂ ਪਿੰਡ ਦੇ ਪਹਿਲਾਂ ਜਿਹੜੀਆਂ ਮਸ਼ੀਨਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਖੋਜ ਕਰਕੇ ਬਣਾਈਆਂ ਸੀ, ਚਾਹੇ ਉਹ ਥ੍ਰੈਸ਼ਰ ਆ, ਚਾਹੇ ਉਹ ਰੀਪਰ ਆ, ਚਾਹੇ ਉਹ ਕੰਬਾਈਨ ਹਾਰਵੈਸਟਰ ਆ, ਚਾਹੇ ਉਹ ਪਲਾਂਟਰ ਨੇ, ਜੋ ਕੁਛ ਵੀ ਬਣਾਇਆ ਸੀ, ਉਹ ਯੂਨੀਵਰਸਿਟੀ ਦੀਆਂ ਜਾਂ ਕੰਪਨੀਆਂ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ ਪੰਜਾਬ 'ਚ ਨਹੀਂ ਚੱਲਦੀਆਂ। ਪਿੰਡਾਂ ਦੇ ਅਨਪੜ੍ਹ ਜਿਹੜੇ ਮਿਸਤਰੀ ਨੇ, ਉਹਨਾਂ ਨੇ ਜਿਹੜੀਆਂ ਮਸ਼ੀਨਾਂ ਬਣਾਈਆਂ ਨੇ, ਨਾਭੇ ਕੋਲ ਵੀ ਬਣਦੀਆਂ ਨੇ, ਉੱਧਰ ਹੰਡਾਏ ਕੋਲ ਵੀ ਬਣਦੀਆਂ ਨੇ, ਔਰ ਪੰਜਾਬ ਦੇ ਵਿੱਚ ਥਾਂ ਥਾਂ ਇਹ ਸੈਂਟਰ ਸਟੈਬਲਿਸ਼ ਹੋ ਗਏ, ਉਹ ਮਿਸਤਰੀਆਂ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ ਚੱਲਦੀਆਂ ਨੇ, ਕਿਉਂਕਿ ਟੈਕਨੋਲੋਜੀ ਉਹਨਾਂ ਨੇ ਬਾਹਰੋਂ ਲੈ ਲਈ, ਅਤੇ ਜਿਹੜੀ ਪੰਜਾਬ ਦੀ ਸਮਝ ਆ ਉਹ ਉਹਨਾਂ ਕੋਲ ਪਹਿਲਾਂ ਹੀ ਸੀ। ਸੋ ਉਹਨਾਂ ਨੂੰ ਦੋਨਾਂ ਨੂੰ ਜੋੜ ਕੇ ਜੋ ਉਹਨੇ ਮਸ਼ੀਨਰੀ ਤਿਆਰ ਕੀਤੀ ਆ, ਪੰਜਾਬ ਦੇ ਲੋਕ ਉਸੇ ਨੂੰ ਵਰਤ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਪਿੰਡ ਦੇ ਮਿਸਤਰੀਆਂ ਨੂੰ ਉਜਾੜਨ ਦੀ ਬਜਾਏ, ਪਿੰਡ ਦੇ ਕਾਰੀਗਰਾਂ ਨੂੰ ਉਜਾੜਨ ਦੀ ਬਜਾਏ, ਪਿੰਡ ਦੇ ਇਹਨਾਂ ਲੋਕਾਂ ਨੂੰ ਉਜਾੜਨ ਦੀ ਬਜਾਏ, ਜਿਹੜੀ ਲੋੜੀਂਦੀ ਟੈਕਨੋਲੋਜੀ ਸੀ, ਜਿਹੜੀ ਮਾਰਕੀਟ ਨੂੰ ਦਿੱਤੀ ਗਈ ਆ, ਵੱਡੇ ਬਿਜ਼ਨਸ ਹਾਊਸਿਸ ਨੂੰ ਦਿੱਤੀ ਗਈ ਆ, ਉਹ ਇਹਨਾਂ ਲੋਕਾਂ ਨੂੰ ਵੀ ਦਿੱਤੀ ਜਾ ਸਕਦੀ ਸੀ, ਜਿਹਦੇ ਨਾਲ ਜਿਹੜਾ ਐਮਪਲੋਇਮੈਂਟ ਆ ਉਹ 100% ਰਹਿ ਸਕਦੀ ਸੀ, ਔਰ ਪੰਜਾਬ ਉਸੇ ਤਰ੍ਹਾਂ ਮਤਲਬ ਫਲਰਿਸ਼ ਕਰ ਸਕਦਾ ਸੀ ਜਿਵੇਂ ਕ੍ਰੌਪ ਪ੍ਰੋਡਕਸ਼ਨ 'ਚ ਕੀਤਾ। ਦੂਸਰੀ ਗੱਲ, ਇਹਦੇ ਨਾਲ ਕੀ ਨੁਕਸਾਨ ਹੋਇਆ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਲਾਈਟ ਆ, ਲਾਈਟ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਜਿਹਨੂੰ ਅਸੀਂ ਵਿਜ਼ੀਬਲ ਲਾਈਟ ਕਹਿੰਦੇ ਹਾਂ, ਉਹੀ ਸਾਨੂੰ ਦਿਸਦੀ ਆ, ਅਤੇ ਬਾਕੀ ਜਿਹੜੀ ਲਾਈਟ ਆ ਉਹ ਸਾਨੂੰ ਦਿਖਾਈ ਨਹੀਂ ਦਿੰਦੀ। ਬਹੁਤ ਵੱਡੇ ਕੰਮ, ਚਾਹੇ ਉਹ ਮਤਲਬ ਇਨਫਰਾਰੈੱਡ ਆ, ਅਲਟਰਾਵਾਇਲਟ ਆ, ਐਕਸਰੇਜ਼ ਨੇ, ਉਹ ਬਹੁਤ ਅਸੀਂ, ਜਾਂ ਰੇਡੀਓ ਵੇਵਸ ਨੇ, ਇਹ ਸਾਰੀ ਜਿਹੜੀ ਚੀਜ਼ ਹੈਗੀ ਆ ਇਹ ਅਸੀਂ ਦਿਖਾਈ ਨਹੀਂ ਦਿੰਦੀ, ਪਰ ਇਹ ਬਹੁਤ ਵੱਡੇ ਕੰਮ ਕਰਦੀ ਆ। ਉਹੀ ਕੰਮ ਐਗਰੀਕਲਚਰ ਦਾ। ਐਗਰੀਕਲਚਰ ਸਿਰਫ ਕ੍ਰੌਪ ਪ੍ਰੋਡਕਸ਼ਨ ਨਹੀਂ ਹੈ ਜਿਹੜੀ ਕਿਸਾਨ ਕਰਦੇ ਨੇ, ਉਹ ਤਾਂ ਇੱਕ ਬਹੁਤ ਛੋਟਾ ਜਿਹਾ ਹਿੱਸਾ ਉਹਦਾ। ਉਹ ਜਿਹੜੀ ਪੂਰੀ ਐਗਰੀਕਲਚਰ ਹੈ, ਐਗਰੀਕਲਚਰ ਤਾਂ ਫਸਲ ਬੀਜਣ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਆ, ਔਰ ਜਿੰਨੀ ਦੇਰ ਤੱਕ ਕੰਜ਼ਿਊਮਰ ਕੋਲ ਚੀਜ਼ ਨਹੀਂ ਪਹੁੰਚ ਜਾਂਦੀ, ਉਨੀ ਦੇਰ ਤੱਕ ਉਹ ਐਗਰੀਕਲਚਰ ਹੀ ਆ। ਇਸ ਕਰਕੇ ਪ੍ਰੀ ਸੋਇੰਗ ਅਤੇ ਪੋਸਟ ਹਾਰਵੈਸਟ ਜਿੰਨਾ ਕੰਮ ਆ ਉਹ ਸਾਰਾ ਮੰਡੀ ਨੂੰ ਦੇ ਦਿੱਤਾ ਗਿਆ, ਅਤੇ ਉਹ ਮਤਲਬ ਉਹ ਪਿੰਡ ਕੋਲੋਂ ਖੋਹ ਲਿਆ ਗਿਆ। ਹੁਣ ਉਹਨੂੰ ਸਾਰੇ ਨੂੰ ਦੁਬਾਰਾ ਜੇ ਅਸੀਂ ਲੈ ਆਉਂਦੇ ਹਾਂ ਪਿੰਡ 'ਚ, ਤਾਂ ਪੰਜਾਬ ਦੀਆਂ ਸਾਰੀਆਂ ਪ੍ਰੋਬਲਮਸ, ਕਿਸਾਨ ਦੀਆਂ ਸਾਰੀਆਂ ਪ੍ਰੋਬਲਮਸ, ਪਿੰਡ ਦੀਆਂ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ। ਸੋ ਇਸ ਢੰਗ ਨਾਲ ਮੈਂ ਸਮਝਦਾ ਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਇਸ ਦਿਸ਼ਾ 'ਚ ਕੰਮ ਕਰਨਾ ਚਾਹੀਦਾ ਕਿ ਜਿੱਥੇ ਐਗਰੀਕਲਚਰ ਯੂਨੀਵਰਸਿਟੀ ਦਾ ਕੰਮ ਹੁਣ ਸਿਰਫ ਸੀਮਤ ਹੋਇਆ ਪਿਆ ਕ੍ਰੌਪ ਪ੍ਰੋਡਕਸ਼ਨ ਤੱਕ, ਉਹ ਸਮੁੱਚਾ ਜਿਹੜਾ ਸਪੈਕਟਰਮ ਹੈ ਐਗਰੀਕਲਚਰ ਦਾ, ਉਹਦੇ ਤੱਕ ਫੈਲਣਾ ਚਾਹੀਦਾ। ਵੈਸੇ ਕਹਿੰਦੇ ਆ ਵੀ ਜਿਹੜੀ ਲੰਘ ਗਈ ਘੜੀ ਕਦ ਮੁੜਦੀ। ਕੀ ਇਹ ਵਹਿਣ, ਮੈਨੂੰ ਪਤਾ ਉਲਟਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜਿਹੜੀਆਂ ਚੀਜ਼ਾਂ ਮਿਸ ਹੋ ਗਈਆਂ, ਕਿਤੇ ਨਾ ਕਿਤੇ ਪਿੱਛੇ ਰਹਿ ਗਈਆਂ ਜਾਂ ਅਸੀਂ ਨਹੀਂ ਕਰ ਸਕੇ, ਉਹ ਕੀ ਕਰਨੀਆਂ ਅੱਜ ਸੰਭਵ ਹੈਗੀਆਂ ਉੱਥੇ? ਬਹੁਤ ਜ਼ਿਆਦਾ ਸੰਭਵ ਨੇ, ਔਰ ਹੋ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਕੁਛ ਦਿਨ ਪਹਿਲਾਂ ਇੱਕ ਮੇਰਾ ਦੋਤਾ
ਕਹਿੰਦਾ ਵੀ ਮੈਂ ਟੋਏ ਲੈਣਾ ਸੀ। ਮੈਂ ਇੱਕ ਟੋਏ ਸ਼ਾਪ 'ਤੇ ਜਾਂਦਾ ਸੀ, ਮੈਂ ਉਸ ਟੋਏ ਸ਼ਾਪ 'ਤੇ ਗਿਆ, ਉੱਥੇ ਥੋੜ੍ਹੇ ਜਿਹੇ ਟੋਇਸ ਪਏ ਸੀ। ਉਹ ਕਹਿੰਦਾ ਜੀ ਮੈਂ ਤਾਂ ਸ਼ਿਫਟ ਕਰ ਲਿਆ ਬਿਜ਼ਨਸ। ਮੈਂ ਕਿਹਾ ਕੀ ਕਰਦਾ? ਕਹਿੰਦਾ ਜੀ ਮੈਂ ਤਾਂ ਮਤਲਬ ਚੀਜ਼ਾਂ ਹੁਣ ਜਿਹੜੀਆਂ ਐਗਰੀਕਲਚਰ ਪ੍ਰੋਡਕਟਸ ਨੇ ਮਤਲਬ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਵੇਚਦਾ। ਉਹਦੀ ਇੱਕ ਛੋਟੀ ਜਿਹੀ ਦੁਕਾਨ ਸੀ, ਉਹਦੇ ਵਿੱਚ ਉਹ ਤੁਸੀਂ ਜਿਸ ਚੀਜ਼ ਦਾ ਮਰਜ਼ੀ ਉਹ ਤੇਲ ਕੱਢ ਕੇ ਤੁਹਾਨੂੰ ਦੇ ਦਿੰਦਾ, ਉਹਦੀ ਪ੍ਰੋਸੈਸਿੰਗ ਕਰਕੇ। ਹੁਣ ਇਸ ਵੇਲੇ ਟੈਕਨੋਲੋਜੀ ਇੰਨੇ ਮਤਲਬ ਤੁਸੀਂ ਚਾਹੇ ਉਹ ਆਪਣੇ ਘਰ ਦੀ ਪੱਧਰ 'ਤੇ ਕੋਈ ਚੀਜ਼ ਪ੍ਰੋਸੈਸਿੰਗ ਕਰਨੀ ਆ, ਪਿੰਡ ਦੀ ਪੱਧਰ 'ਤੇ ਕਰਨੀ ਆ, ਮੁਹੱਲੇ ਦੀ ਪੱਧਰ 'ਤੇ ਕਰਨੀ ਆ, ਜਾਂ ਮਤਲਬ ਕਲਸਟਰ ਆਫ ਵਿਲੇजेस ਦੇ ਲੈਵਲ 'ਤੇ ਕਰਨੀ ਆ, ਸਾਰਾ ਕੁਝ ਪੋਸੀਬਲ ਹੋ ਗਿਆ। ਸਾਰੀ ਟੈਕਨੋਲੋਜੀ ਅਵੇਲੇਬਲ ਆ, ਸਾਰੀ ਪੈਸਾ ਅਵੇਲੇਬਲ ਆ। ਜੇ ਅਵੇਲੇਬਲ ਨਹੀਂ ਹੈ ਤਾਂ ਉਹ ਪਾਲਿਸੀ ਅਵੇਲੇਬਲ ਨਹੀਂ ਹੈ ਪੰਜਾਬ ਦੀ। ਜਿਹੜੀ ਮਤਲਬ ਪੰਜਾਬ ਦੇ ਜਿਹੜੀ ਇਹ ਪਿੰਡ ਆ, ਜਿਹੜਾ ਪਿੰਡ ਦੀਆਂ ਸਾਰੀਆਂ ਜਾਤ ਬਰਾਦਰੀਆਂ ਨੇ, ਉਹਨਾਂ ਨੂੰ ਮਤਲਬ ਇਹ ਆਪਾਂ ਇਹ ਸਮਝੀਏ ਕਿ ਪੰਜਾਬ ਦੀਆਂ ਸਾਰੀਆਂ ਜਾਤ ਬਰਾਦਰੀਆਂ ਲੇਬਰ ਦੀਆਂ ਨਹੀਂ ਹੈ, ਉਹ ਸ਼ਿਲਪੀ ਲੋਕ ਨੇ, ਉਹ ਅਲੱਗ-ਅਲੱਗ ਕੰਮ ਦੇ ਵਿੱਚ ਮਾਹਰ ਲੋਕ ਨੇ। ਔਰ ਉਹਨਾਂ ਨੂੰ ਜੋ ਇਹ ਕੰਮ ਕਰਦੇ ਨੇ, ਉਹਨਾਂ ਨੂੰ ਉਹਦੇ ਕੰਮ ਦੇ ਵਿੱਚ ਨਵੀਂ ਤਕਨੋਲੋਜੀ ਦੇ ਦਿਓ, ਨਵਾਂ ਇਨਫਰਾਸਟਰਕਚਰ ਦੇ ਦਿਓ, ਨਵੇਂ ਸੰਦ ਦੇ ਦਿਓ, ਅਤੇ ਸਾਰਾ ਕੁਛ ਬਦਲ ਜਾਏਗਾ। ਔਰ ਇਹ ਕੰਮ ਪਹਿਲਾਂ ਨਾਲੋਂ ਬਹੁਤ ਸੌਖਾ ਹੋ ਚੁੱਕਿਆ ਇਸ ਵੇਲੇ। ਸੋ ਮੈਂ ਸਮਝਦਾ ਕਿ ਅਗਰ ਪੰਜਾਬ ਗੌਰਮੈਂਟ ਸਿੰਸੀਅਰ ਹੋਵੇ ਤਾਂ ਉਹ ਇਸ ਨੂੰ ਇੱਕ ਪਾਲਿਸੀ ਫਰੇਮਵਰਕ ਰਾਹੀਂ ਇਹ ਸਾਰੀ ਚੀਜ਼ ਨੂੰ ਬੜੀ ਸੌਖੀ ਤਰ੍ਹਾਂ ਨਾਲ ਇੰਪਲੀਮੈਂਟ ਕਰ ਸਕਦੀ। ਇੱਕ ਹੁਣ ਆਪਾਂ ਹੋਰ ਅੱਗੇ ਕਿਸਾਨ ਤੇ ਅੱਗੇ ਹੈ ਨਾ, ਉਹਦੀ ਲਾਈਫ ਦੇ ਵਿੱਚ ਹੋਰ ਕੀ ਚੇਂਜਸ ਕੀਤੇ ਜਾ ਸਕਦੇ ਆ, ਉਹਦੇ ਕੰਮ ਦੇ ਕਿੱਤੇ ਦੇ ਵਿੱਚ ਕਿਵੇਂ ਸਹਾਈ ਹੋ ਸਕਦੀ ਆ ਤਕਨੀਕ, ਕਿਹੜੇ ਉਹਦੇ ਫਾਇਦੇ ਹੋ ਸਕਦੇ ਆ? ਦੇਖੋ ਹੁਣ ਕੀ ਆ ਕਿ ਪੰਜਾਬ ਨੂੰ ਜਦੋਂ ਅਸੀਂ ਦੇਖੀਏ ਕਿ ਪੰਜਾਬ ਨੂੰ ਐਗਰੋ ਕਲਾਈਮੈਟਿਕ ਜ਼ੋਨਸ ਦੇ ਰੂਪ ਦੇ ਵਿੱਚ ਦੇਖੀਏ ਜਾਂ ਨਿਚ ਏਰੀਆਜ਼ ਦੇ ਵਿੱਚ ਦੇਖੀਏ, ਪੰਜਾਬ ਦੇ ਵਿੱਚ ਕਿਤੇ ਸੀਡ ਪ੍ਰੋਡਕਸ਼ਨ ਬਹੁਤ ਵਧੀਆ ਹੋ ਸਕਦੀ ਆ, ਕਿਤੇ ਕਿੰਨੂ ਬਹੁਤ ਵਧੀਆ ਹੁੰਦਾ, ਕਿਤੇ ਨਰਮਾ ਬਹੁਤ ਵਧੀਆ ਹੁੰਦਾ, ਕਿ ਮਤਲਬ ਕਿਤੇ ਕੋਈ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਨੇ, ਕਿਤੇ ਕੋਈ ਫਰੂਟ ਵਧੀਆ ਹੁੰਦੇ ਨੇ। ਕੋਈ ਅਰਾਊਂਡ ਮੈਂ ਇੱਕ ਵਾਰ ਕੈਲਕੂਲੇਟ ਕਰ ਰਿਹਾ ਸੀ ਕਿ 41 ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੇ ਅਲੱਗ-ਅਲੱਗ ਥਾਵਾਂ 'ਤੇ ਹੋ ਸਕਦੀਆਂ ਨੇ। ਹੁਣ ਉਹ ਚੀਜ਼ਾਂ ਤਾਂ ਹੋ ਜਾਣਗੀਆਂ, ਉਹ ਤਾਂ ਹੋਣਗੀਆਂ ਜੇ ਉਹਨਾਂ ਦੀ ਮੰਡੀ ਅਵੇਲੇਬਲ ਹੋਊਗੀ, ਉਹਨਾਂ ਦੀ ਵਿਕਰੀ ਹੋਊਗੀ। ਉਹਦੇ ਲਈ ਕੀ ਆ, ਹੁਣ ਅਸੀਂ ਚੁੱਕ ਕੇ ਉਹਨਾਂ ਨੂੰ ਸਿੱਧਾ ਮੰਡੀ 'ਚ ਭੇਜਦੇ ਹਾਂ, ਉਹਦੀ ਥਾਂ 'ਤੇ ਪਿੰਡ ਦੇ ਵਿੱਚ ਹੀ ਉਹ ਚੀਜ਼ ਆਵੇ ਅਤੇ ਉਹਦੀ ਪ੍ਰੋਸੈਸਿੰਗ ਹੋਵੇ, ਉਹਦੀ ਵੈਲਿਊ ਐਡੀਸ਼ਨ ਹੋਵੇ, ਜਿਹਦੀ ਟੈਕਨੋਲੋਜੀ ਇਸ ਵੇਲੇ ਬਿਲਕੁਲ ਉਪਲਬਧ ਆ। ਸਿਰਫ ਕਿਸਾਨਾਂ ਜਿਹੜੇ ਮਤਲਬ ਪਿੰਡ ਦੇ ਪਰਿਵਾਰ ਨੇ, ਉਹਨਾਂ ਨੂੰ ਉਹਦੇ ਵਿੱਚ ਟ੍ਰੇਨ ਕਰਨ ਦੀ ਲੋੜ ਹੈ। ਜਿਵੇਂ ਕਿਸੇ ਵੇਲੇ ਹਰੇ ਇਨਕਲਾਬ ਵੇਲੇ ਅਸੀਂ ਕਿਸਾਨਾਂ ਨੂੰ ਟ੍ਰੇਨ ਕੀਤਾ ਸੀ, ਇਸੇ ਤਰ੍ਹਾਂ ਉਹਨਾਂ ਪਿੰਡ ਦੇ ਲੋਕਾਂ ਨੂੰ ਟ੍ਰੇਨ ਕੀਤਾ ਜਾ ਸਕਦਾ ਵੈਲਿਊ ਐਡੀਸ਼ਨ ਲਈ, ਪ੍ਰੋਸੈਸਿੰਗ ਲਈ। ਜਦੋਂ ਪ੍ਰੋਸੈਸਿੰਗ ਹੋ ਗਈ, ਫਿਰ ਤੁਸੀਂ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਆਉਂਦੀ ਆ ਉਹ ਹੈਗੀ ਬ੍ਰਾਂਡ ਡਿਵੈਲਪਮੈਂਟ ਦੀ। ਖੇਤੀ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰੋਡਕਟਸ ਨੇ ਜਾਂ ਸਰਵਿਸਿਜ਼ ਨੇ, ਪੰਜਾਬ ਤੋਂ ਵੱਡਾ ਕੋਈ ਬ੍ਰਾਂਡ ਨਹੀਂ ਹੋ ਸਕਦਾ ਉਸਦੇ ਲਈ। ਹੁਣ ਮਤਲਬ ਜਦੋਂ ਤੁਸੀਂ ਉਹਦੀ ਕਰ ਲਈ ਪ੍ਰੋਸੈਸਿੰਗ, ਕਰ ਲਈ ਉਹਦੀ ਬ੍ਰਾਂਡ ਡਿਵੈਲਪਮੈਂਟ ਕਰ ਲਈ, ਅਤੇ ਤੀਸਰਾ ਆਇਆ ਕਿ ਉਹ ਵਿਕੇਗੀ ਕਿੱਥੇ। ਇਸ ਵੇਲੇ ਇਹ ਟੈਕਨੋਲੋਜੀ ਬਹੁਤ ਸੌਖੀ ਤਰ੍ਹਾਂ ਅਵੇਲੇਬਲ ਆ। ਇਹ ਕਿਵੇਂ ਅਵੇਲੇਬਲ ਆ, ਤੁਸੀਂ ਜੇ ਦੇਖਣਾ ਹੋਵੇ, ਤੁਸੀਂ ਬਹੁਤ ਵਾਰ ਦੇਖਦੇ ਹੋ ਕਿ ਮੈਂ ਤੁਹਾਨੂੰ ਟੈਕਸੀ ਚਾਹੀਦੀ ਆ, ਤੁਸੀਂ ਆਪਣੇ ਮੋਬਾਈਲ ਦੇ ਉੱਤੇ ਓਲਾ ਨੂੰ ਜਾਂ ਉਬਰ ਨੂੰ ਕਾਲ ਕਰਦੇ ਹੋ, ਠੀਕ ਆ। ਇਹ ਕੀ ਨੇ? ਇਹ ਮੈਚ ਮੇਕਰਸ ਨੇ। ਟੈਕਸੀ ਵਾਲੇ ਨੇ ਟੈਕਸੀ ਦੇਣੀ ਆ, ਸਵਾਰੀ ਨੂੰ ਟੈਕਸੀ ਚਾਹੀਦੀ ਹੈ, ਇਹ ਦੋਨਾਂ ਦੀ ਮੈਚ ਮੇਕਿੰਗ ਕਰ ਦਿੰਦਾ। ਇਸੇ ਤਰ੍ਹਾਂ ਨਾਲ ਖੇਤੀ ਦੀਆਂ ਜਿਹੜੀਆਂ ਪ੍ਰੋਡਕਟਸ ਨੇ, ਜਿਹੜੀਆਂ ਕਿਸਾਨ ਨੇ ਤਿਆਰ ਕੀਤੀਆਂ ਅਤੇ ਪਿੰਡ ਨੇ ਪ੍ਰੋਸੈਸ ਕੀਤੀਆਂ, ਉਹਨਾਂ ਨੂੰ ਮਤਲਬ ਇਸੇ ਤਰ੍ਹਾਂ ਦੇ ਜਿਹੜੇ ਮੈਚ ਮੇਕਿੰਗ ਕਿਸਮ ਦੇ ਪਲੈਟਫਾਰਮਸ ਨੇ, ਇਹਨਾਂ ਰਾਹੀਂ ਜੋੜਿਆ ਜਾ ਸਕਦਾ ਬੜੀ ਸੌਖੀ ਤਰ੍ਹਾਂ ਨਾਲ। ਇਹਨੂੰ ਅਸੀਂ ਮਾਰਕੀਟ ਇੰਟੈਲੀਜੈਂਸ ਕਹਿ ਲਓ, ਇਹਨੂੰ ਸੇਲਸ ਕਹਿ ਲਓ, ਇਹਨੂੰ ਮਾਰਕੀਟਿੰਗ ਕਹਿ ਲਓ, ਜੋ ਮਰਜ਼ੀ ਕਹਿ ਲਓ। ਸੋ ਸਾਰਾ ਕੁਛ ਅਵੇਲੇਬਲ ਹੈ ਇਸ ਵੇਲੇ, ਐਵਰੀਥਿੰਗ ਇਜ਼ ਅਵੇਲੇਬਲ। ਔਰ ਸਿਰਫ ਇੱਕ ਡਿਸੀਜਨ ਮੇਕਿੰਗ ਦੀ, ਇੱਕ ਪੋਲੀਟੀਕਲ ਇੱਛਾ ਸ਼ਕਤੀ ਦੀ ਘਾਟ ਆ, ਜਿਹੜੀ ਕਿ ਮੈਂ ਸਮਝਦਾ ਇਸ ਕਰਕੇ ਨਹੀਂ ਸੀ ਲਈ ਜਾ ਰਹੀ ਹੁਣ ਤੱਕ, ਕਿਉਂਕਿ ਇਹ ਗੱਲ ਇਹ ਨਾ ਕਰਨ ਦੇ ਵਿੱਚ ਬਹੁਤ ਲੋਕਾਂ ਦਾ ਭਲਾ ਸੀ। ਕਿੰਨਾ ਦਾ? ਜਿਹੜੇ ਲੋਕ ਕਰਪਟ ਪ੍ਰੈਕਟਿਸਿਸ ਦੇ ਵਿੱਚ ਜੁੜੇ ਹੋਏ ਸੀ, ਜਿਹੜੇ ਲੋਕ ਪਿੰਡ ਦੀ ਕੋਸਟ ਦੇ ਉੱਤੇ ਮੰਡੀ ਨੂੰ, ਕਾਰਪੋਰੇਟ ਨੂੰ ਫਾਇਦਾ ਦੇਣਾ ਚਾਹੁੰਦੇ ਸੀ। ਜੇ ਹੁਣ ਅਸੀਂ ਇਹ ਸੋਚ ਲਿਆ ਕਿ ਅਸੀਂ ਕਾਰਪੋਰੇਟ ਦਾ ਭਲਾ ਕਰਕੇ ਉਹਨਾਂ ਤੋਂ ਕਮਿਸ਼ਨ ਨਹੀਂ ਖਾਣੇ, ਅਸੀਂ ਕਿਸਾਨ ਦਾ ਭਲਾ ਕਰਕੇ ਉਹਨਾਂ ਤੋਂ ਗੁੱਡਵਿਲ ਲੈਣੀ ਆ, ਤਾਂ ਇਹ ਕੰਮ ਇੱਕ ਚੁਟਕੀ ਦੇ ਨਾਲ ਹੋ ਸਕਦਾ। ਟੈਕਨੋਲੋਜੀ ਅਵੇਲੇਬਲ ਆ, ਫਾਈਨੈਂਸ਼ੀਅਲ ਰਿਸੋਰਸਿਸ ਅਵੇਲੇਬਲ ਨੇ, ਲੋਕ ਅਵੇਲੇਬਲ ਨੇ, ਅਤੇ ਜੇ 'ਚ ਕੋਈ ਚੀਜ਼ ਅਵੇਲੇਬਲ ਨਹੀਂ ਹੈ ਤਾਂ ਉਹ ਰਾਜਸੀ ਇੱਛਾ ਸ਼ਕਤੀ ਅਤੇ ਪਾਲਿਸੀ,
ਇਹ ਦੋ ਚੀਜ਼ਾਂ ਦੇ ਉੱਤੇ ਕੋਈ ਸਰਕਾਰ ਜੇ ਨਵੀਂ ਸਰਕਾਰ ਆਈ ਆ ਲੱਗਦਾ ਕਿ ਉਹਦੀ ਇੱਛਾ ਸ਼ਕਤੀ ਹੈ ਤੇ ਪਾਲਿਸੀ ਇਸ ਕਰਕੇ ਨਹੀਂ ਬਣ ਰਹੀ ਕਿ ਜਿਹੜੀ ਬਿਊਰੋਕ੍ਰੇਸੀ ਆ ਜਿਹੜੀ ਅਫਸਰਸ਼ਾਹੀ ਆ ਉਹ ਵੀ ਬਹੁਤ ਵੱਡੀ ਰੁਕਾਵਟ ਆ। ਉਹ ਛੇਤੀ ਕੀਤੇ ਇਸ ਪਾਸੇ ਨੂੰ ਤੁਰਨ ਨਹੀਂ ਦੇਗੀ ਸਰਕਾਰ ਨੂੰ, ਔਰ ਸਰਕਾਰ ਨੂੰ ਬਹੁਤ ਬੋਲਡ ਸਟੈਪ ਲੈਣੇ ਪੈਣੇ ਨੇ। ਔਰ ਜੇ ਸਰਕਾਰ ਇਸ ਪਾਸੇ ਤੁਰ ਪਵੇ ਤਾਂ ਪੰਜਾਬ ਦਿਨਾਂ ਦੇ ਵਿੱਚ ਉਸੇ ਤਰ੍ਹਾਂ ਨਾਲ ਖੁਸ਼ਹਾਲ ਹੋ ਸਕਦਾ ਜੋ ਕਿਸੇ ਵੇਲੇ ਗ੍ਰੀਨ ਰੈਵੋਲੂਸ਼ਨ ਨਾਲ ਹੋਇਆ ਸੀ। ਮੈਂ ਇੱਕ ਗੱਲ ਇਹਦੇ 'ਚ ਹੋਰ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਇਹ ਬਾਰ-ਬਾਰ ਇਹ ਗੱਲ ਲੈ ਕੇ ਆ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਹਰਾ ਇਨਕਲਾਬ ਆ ਉਹ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਿਹਾ, ਐਨਵਾਇਰਨਮੈਂਟ ਨਾਲ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ। ਅਤੇ ਇੱਕ ਤਾਂ ਇਹ ਕਹਿੰਦੇ ਹਾਂ, ਦੂਸਰੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਹਰਾ ਇਨਕਲਾਬ ਦਾ ਫਾਇਦਾ ਸਿਰਫ ਧਨੀ ਕਿਸਾਨੀ ਨੂੰ ਹੋਇਆ ਅਤੇ ਜਾਂ ਹਰਾ ਇਨਕਲਾਬ ਸਿਰਫ ਧਨੀ ਕਿਸਾਨੀ ਨੇ ਪੈਦਾ ਕੀਤਾ, ਇਹ ਬਿਲਕੁਲ ਗਲਤ ਗੱਲ ਆ। ਹਰੇ ਇਨਕਲਾਬ ਨੂੰ ਪੈਦਾ ਕਰਨ ਵਾਲੀ ਧਨੀ ਕਿਸਾਨੀ ਨਹੀਂ ਹੈ, ਉਹ ਤਾਂ ਸ਼ਹਿਰਾਂ 'ਚ ਬੈਠੀ ਹੈ ਆਪਣੀਆਂ ਜ਼ਮੀਨਾਂ ਠੇਕੇ 'ਤੇ ਦੇ ਕੇ। ਹਰੇ ਇਨਕਲਾਬ ਨੂੰ ਜਿਸ ਕਲਾਸ ਨੇ ਪੈਦਾ ਕੀਤਾ ਫਾਰਮਰ ਜੀ ਨੇ, ਉਹ ਮੱਧ ਵਰਗੀ ਅਤੇ ਛੋਟੇ ਕਿਸਾਨਾਂ ਦੀ ਜਮਾਤ ਆ। ਔਰ ਹਰਾ ਜਿਹੜਾ ਇਨਕਲਾਬ ਆ ਉਹਨਾਂ ਨੂੰ ਧਿਆਨ 'ਚ ਰੱਖ ਕੇ ਹੀ ਤਿਆਰ ਕੀਤਾ ਗਿਆ ਸੀ, ਉਹਦੀ ਜਿਹੜੀ ਪਾਲਿਸੀ ਸੀ। ਔਰ ਹੁਣ ਵੀ ਇਸ ਵੇਲੇ ਜਿਹੜੀ ਪਿੰਡਾਂ ਦੇ ਲੈਵਲ ਦੇ ਉੱਤੇ ਜੋ ਅਸੀਂ ਟੈਕਨੋਲੋਜੀ ਦੇਣੀ ਚਾਹੁੰਦੇ ਹਾਂ ਉਹ ਵੀ ਉਹਨਾਂ ਛੋਟੇ ਕਿਸਾਨਾਂ ਨੂੰ ਜਾਂ ਮੱਧ ਵਰਗੀ ਕਿਸਾਨਾਂ ਨੂੰ ਜਾਂ ਪਿੰਡ ਦੇ ਦੂਸਰੇ ਸ਼ਿਲਪਕਾਰਾਂ ਨੂੰ, ਕਾਰੀਗਰਾਂ ਨੂੰ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕਰਨੀ ਪਏਗੀ। ਉੱਥੇ ਵੀ ਮਤਲਬ ਉਸ ਜਿਵੇਂ ਉੱਥੇ ਵੱਡੇ ਕਿਸਾਨਾਂ ਲਈ ਕੋਈ ਰੋਲ ਨਹੀਂ, ਇੱਥੇ ਵੱਡੇ ਸ਼ਾਹੂਕਾਰਾਂ ਲਈ ਵੀ ਕੋਈ ਰੋਲ ਨਹੀਂ ਰਹਿਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇਹ ਜਿਹੜੀਆਂ ਇੰਪੋਰਟੈਂਟ ਗੱਲਾਂ ਨੇ ਉਹ ਪਾਲਿਸੀ ਲੈਵਲ ਦੇ ਉੱਤੇ ਨਜਿੱਠੀਆਂ ਜਾਣੀਆਂ ਨੇ ਔਰ ਉਹ ਸਰਕਾਰ ਦੀ ਜਿਹੜੀ ਸਿਆਸੀ ਇੱਛਾ ਸ਼ਕਤੀ ਆ ਉਹਦੇ ਨਾਲ ਨਜਿੱਠੀਆਂ ਜਾਣੀਆਂ ਨੇ। ਉਸ ਵੇਲੇ ਧਿਆਨ ਦੇਣ ਦੀ ਲੋੜ ਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਤਾਂ ਸਾਰੀ ਗੱਲ ਇੱਥੇ ਆਉਂਦੀ ਹੈ ਕਿ ਇੱਛਾ ਸ਼ਕਤੀ ਕਿੰਨੀ ਹੈ, ਅਤੇ ਇੱਛਾ ਸ਼ਕਤੀ ਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਆ ਵੀ ਕਈ ਵਾਰੀ ਨਾ ਅਸੀਂ ਘਰੇ ਇਸੇ ਲਈ ਨਹੀਂ ਬਦਲਾਅ ਕਰਦੇ ਵੀ ਯਾਰ ਮਾੜੇ ਨਾ ਪੈ ਜਾਈਏ, ਫਲਾਨਾ ਕੀ ਕਹੂਗਾ। ਕੁਛ ਚੇਂਜ ਕਰਨਾ, ਚੰਗੇ ਲਈ ਵਧਣਾ, ਤਾਂ ਮਾੜੇ ਪੈਣ ਦਾ ਡਰ ਵੀ ਕਈ ਵਾਰੀ ਬੰਦੇ ਨੂੰ ਮਨ 'ਚੋਂ ਕੱਢਣਾ ਪੈਂਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।